ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਸੰਕੇਤ ਦਿੱਤੇ ਗਏ ਨੇ ਕਿ ਜਲਦੀ ਹੀ ਪੰਜਾਬ ਦੇ ਵਿੱਚ ਕਰਫਿਊ ਨੂੰ ਖੋਲ੍ਹਿਆ ਜਾ ਸਕਦਾ ਹੈ। 20 ਮੈਂਬਰੀ ਇੱਕ ਕਮੇਟੀ ਬਣਾਈ ਗਈ ਹੈ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਤੇ ਫੈਸਲਾ ਲਿਆ ਜਾ ਸਕਦਾ ਹੈ। ਇਸੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਚੀਫ ਐਡੀਟਰ ਰਾਜਦੀਪ ਬੈਨੀਪਾਲ ਮੌਜੂਦ ਨੇ। ਰਾਜਦੀਪ ਜੀ, ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਹੁਤੀ ਦੇਰ ਹੁਣ ਅਸੀਂ ਕਾਰੋਬਾਰ ਬੰਦ ਨਹੀਂ ਰੱਖ ਸਕਦੇ, ਕੀ ਸਮਝਿਆ ਜਾਵੇ ਇਸ ਤੋਂ? ਰਣਵੀਰ, ਦੇਖੋ, ਸੂਬੇ ਦੀ ਜਿਹੜੀ ਆਰਥਿਕਤਾ ਹੈਗੀ ਆ ਉਹ ਦਿਨ ਦਿਨ ਡਿੱਗਦੀ ਜਾ ਰਹੀ ਹੈ। ਜੀ ਜਿੰਨੇ ਆਰਥਿਕ ਸਰੋਤ ਨੇ ਸਰਕਾਰ ਕੋ, ਜਿੰਨੇ ਵਿੱਤੀ ਸਾਧਨ ਨੇ ਸਰਕਾਰ ਕੋ, ਉਹ ਸਾਰੇ ਬੰਦ ਹੋਏ ਪਏ ਨੇ। ਰਜਿਸਟਰੀਆਂ ਨਹੀਂ ਹੋ ਰਹੀਆਂ ਹੈਗੀਆਂ, ਜੀ ਸ਼ਰਾਬ ਨਹੀਂ ਵਿਕ ਰਹੀ ਹੈਗੀ, ਜੀ ਪੈਟਰੋਲ ਪੰਪਾਂ ਤੇ ਤੇਲ ਨਹੀਂ ਵਿਕ ਰਿਹਾ ਜੋ GST ਆਵੇ। ਜਿੰਨੇ ਵੀ ਆਮਦਨ ਦੇ ਸਰੋਤ ਨੇ ਸਰਕਾਰ ਦੇ, ਜੀ ਉਹ ਸਾਰੇ ਬੰਦ ਹੋਏ ਪਏ ਨੇ। ਸਰਕਾਰ ਨੂੰ ਅੱਗੇ ਕੋਈ ਰਸਤਾ ਨਹੀਂ ਦਿਖ ਰਿਹਾ ਹੈ। ਜੀ ਇੱਕ ਪਾਸੇ ਗੰਭੀਰ ਕਰੋਨਾ ਹੈ ਤੇ ਜੀ ਦੂਜੇ ਪਾਸੇ ਜਿਹੜੀ ਆਰਥਿਕਤਾ ਪ੍ਰਤੀ ਜੋ ਗੰਭੀਰਤਾ ਵੱਧਦੀ ਜਾ ਰਹੀ ਹੈ। ਲੋਕੀ ਘਰਾਂ 'ਚ ਬੈਠੇ ਨੇ, ਜੀ ਲੋਕਾਂ ਕੋਲ ਆਰਥਿਕ ਸਰੋਤ ਮੁੱਕਦੇ ਜਾ ਰਹੇ ਨੇ। ਜੀ ਵੀ ਸਰਕਾਰ ਲਈ ਹੁਣ ਇਹ ਸ਼ਸ਼ੋਪੈਨ ਹੋ ਗਿਆ ਵੀ ਸਰਕਾਰ ਨੂੰ ਖੁੱਲ੍ਹਣਾ ਇੱਕ ਮਜਬੂਰੀ ਹੋ ਗਈ ਹੈਗੀ ਆ। ਜੀ ਮੈਂ ਇਹ ਮੰਨਦਾ। ਜੀ ਜਿਸ ਤਰੀਕੇ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਨੂੰ ਇੱਕ ਚਿੱਠੀ ਵੀ ਲਿਖੀ ਕਿ ਸ਼ਰਾਬ ਦੀ ਵਿਕਰੀ ਦੀ ਇਜਾਜ਼ਤ ਦਿੱਤੀ ਜਾਵੇ, ਹਾਲਾਂਕਿ ਉਧਰੋਂ ਕੋਈ ਹਾਲੇ ਰਿਸਪੌਂਸ ਨਹੀਂ ਆਇਆ। ਕੀ ਲੱਗਦਾ ਕੀ ਹੈ ਕਿ ਇਹ ਬਹੁਤ ਜ਼ਰੂਰੀ ਹੈ, ਕਿਉਂਕਿ WHO ਕਹਿ ਰਿਹਾ ਕਿ ਸ਼ਰਾਬ ਇਮਿਊਨਿਟੀ ਘਟਾਉਂਦੀ ਹੈਗੀ। ਦੂਜੇ ਪਾਸੇ ਰੈਵਨਿਊ ਦਾ ਵੀ ਸਵਾਲ ਹੈ। ਦੇਖੋ, ਅਸੀਂ ਜੋ ਆਰਥਿਕਤਾ ਦੀ ਗੱਲ ਕਰੀਏ ਜੀ ਜਾਂ ਜੋ ਪੰਜਾਬ ਦੇ ਵਿੱਚ ਸ਼ਰਾਬ ਦੀ ਜਿਹੜੀ ਇਨਕਮ ਹੈ ਸਰਕਾਰ ਦੇ ਜੀ ਖਜ਼ਾਨੇ 'ਚ ਬਹੁਤ ਵੱਡਾ ਮਤਲਬ ਉਹਦਾ ਯੋਗਦਾਨ ਹੈਗਾ ਜੀ ਟੈਕਸ ਦਾ। ਸ਼ਰਾਬ ਤੋਂ ਸਰਕਾਰ ਨੂੰ ਬਹੁਤ ਵੱਡੀ ਆਮਦਨ ਆਉਂਦੀ ਹੈਗੀ ਆ ਜੀ ਤੇ ਸਰਕਾਰ ਤਾਂ ਹੀ ਇਹਨੂੰ ਪਹਿਲ ਦੇ ਆਧਾਰ ਤੇ ਸੋਚ ਰਹੀ ਹੈ। ਸਰਕਾਰ ਦੇਖੋ, ਹੈਲਥ ਇਸ਼ੂ ਮੈਨੂੰ ਸੈਕੰਡਰੀ ਹੁੰਦਾ ਜਾ ਰਿਹਾ ਡੇ ਬਾਏ ਡੇ। ਜੀ ਸਰਕਾਰ ਨੂੰ ਇਹ ਲੱਗਦਾ ਵੀ ਚਲੋ ਹੈਲਥ ਤਾਂ ਬਚ ਜੂਗੀ, ਕਿ ਹੂੰ ਵੀ ਪਹਿਲਾਂ ਅਸੀਂ ਪੈਸਾ ਵੀ ਕਿੱਥੋਂ ਪੈਸੇ ਦੇ ਸਰੋਤ ਵੀ ਵਧਾਈਏ, ਆਪਣੇ ਜੀ ਸਾਧਨ ਨੇ ਉਹਨਾਂ ਨੂੰ ਅਸੀਂ ਆਪਣੇ ਅੱਗੇ ਤੋਰੀਏ ਤਾਂ ਜੀ ਜੋ ਅਸੀਂ ਤਨਖਾਹਾਂ ਦੇ ਸਕੀਏ, ਜੀ ਤਾਂ ਜੋ ਅਸੀਂ ਅੱਗੇ ਜਿਹੜੀ ਇਹ ਲੜਾਈ ਹੈ ਇਹਦੇ ਲਈ ਪੈਸਾ ਇਕੱਠਾ ਕਰ ਸਕੀਏ। ਜੀ ਤੇ ਸਰਕਾਰ ਦੀ ਕਹਿ ਲਓ ਮਜਬੂਰੀ ਵੀ ਹੈ ਤੇ ਸਰਕਾਰ ਦੇ ਮਤਲਬ ਨੂੰ ਮੁਸ਼ਕਲ ਵੀ ਆ ਰਹੀ ਹੈ ਜੀ ਕਿ ਸਰਕਾਰ ਇਹਦੇ ਵਿੱਚ ਫੈਸਲਾ ਲਵੇ। ਜਿਸ ਤਰੀਕੇ ਦੇ ਨਾਲ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਤੁਹਾਡੀ ਤਨਖਾਹ 'ਚ ਕਟੌਤੀ ਕਰ ਲੈਂਦੇ ਆ, ਪਰ ਸਾਰੀਆਂ ਯੂਨੀਅਨਾਂ ਨੇ ਵਿਰੋਧ ਕਰਤਾ ਉਸ ਗੱਲ ਦਾ ਕਿ ਇਦਾਂ ਨਹੀਂ ਹੋਏਗਾ। ਸਰਕਾਰ ਨੂੰ ਲੱਗਦਾ ਕਿ ਜੇ ਸਾਤੋਂ ਸਮੇਂ ਸਿਰ ਤਨਖਾਹਾਂ ਨਾ ਦੇ ਹੋਈਆਂ ਜਾਂ ਹੋਰ ਕੋਈ ਕਟੌਤੀ ਕੀਤੀ ਤਾਂ ਅਰਾਜਕਤਾ ਵਾਲਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਹੋ ਸਕਦਾ, ਉਸੇ ਤੇ ਕਾਬੂ ਪਾਉਣ ਲਈ ਵਪਾਰ ਕਾਰੋਬਾਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਣਵੀਰ, ਮੈਂ ਤਾਂ ਪਹਿਲੇ ਦਿਨ ਤੁਹਾਨੂੰ ਕਿਹਾ ਸੀ ਬੇਬੁਨਿਆਦ ਗੱਲ ਆ ਸਰਕਾਰ ਨੇ ਕੀਤੀ ਘਟਾਓ, ਕਿਸੇ ਜਥੇਬੰਦੀ ਨੇ ਮੰਨਣਾ ਨਹੀਂਗਾ। ਉਹੀ ਦੇਖ ਲਓ, ਬਾਅਦ ਚ ਉਹੀ ਗੱਲ ਹੋਈ ਹੈਗੀ ਹੈ। ਜੇ ਹੁਣ ਹੋਈ ਜਥੇਬੰਦੀਆਂ ਨੇ ਵਿਰੋਧ ਕੀਤਾ ਇਸ ਚੀਜ਼ ਦਾ ਤੇ ਸਰਕਾਰ ਨੂੰ ਝੁਕਣਾ ਪੈ ਗਿਆ ਹੈਗਾ ਵੀ ਇਸ ਦੇ ਅੱਗੇ। ਤੇ ਦੇਖੋ, ਸਰਕਾਰ ਨੂੰ ਤਨਖਾਹਾਂ ਤਾਂ ਦੇਣੀਆਂ ਪੈਣੀਆਂ ਹੈਗੀਆਂ ਨੇ, ਉਹਦੇ ਲਈ ਇਹਨਾਂ ਨੂੰ ਸਾਧਨ ਜੁਟਾਉਣੇ ਪੈਣੇ ਨੇ। ਇਸ ਲਈ ਸਰਕਾਰ ਹੁਣ ਸੋਚ ਰਹੀ ਹੈ ਵੀ ਅਸੀਂ ਕਾਰੋਬਾਰ ਖੋਲ੍ਹਦੀ। ਅੱਜ ਕੈਪਟਨ ਸਾਹਿਬ ਨੇ ਵੀ ਕਹਿਤਾ ਵੀ ਬਿਮਾਰੀ ਵਧੇਗੀ, ਨਾਲ ਉਹਨਾਂ ਨੇ ਵੀ ਲੋਕਾਂ ਨੂੰ ਅਲਰਟ ਕਰਤਾ ਵੀ ਤੁਹਾਨੂੰ ਆਪ ਹੁਣ ਬਚਣਾ ਪੈਣਾ। ਹੁਣ ਉਹ ਸਮਾਂ ਆ ਗਿਆ, ਹੁਣ ਤੁਸੀਂ ਆਪਣੀ ਸੁਰੱਖਿਆ ਆਪ ਕਰਨੀ ਹੈ। ਇੱਕ ਹੋਰ ਅੱਜ ਇੱਕ ਨੋਟੀਫਿਕੇਸ਼ਨ ਆਇਆ ਕਿ ਜੇ ਕੋਈ ਪ੍ਰਾਈਵੇਟ ਹਸਪਤਾਲ ਦੇ ਵਿੱਚ ਕਰੋਨਾ ਵਾਇਰਸ ਦਾ ਮਰੀਜ਼ ਇਲਾਜ ਕਰਾਉਂਦਾ ਤਾਂ ਉਸਨੂੰ ਆਪਣਾ ਖਰਚਾ ਖੁਦ ਚੱਕਣਾ ਪਵੇਗਾ। ਹਾਂ, ਦੇਖੋ, ਜਿਉਂ ਦਿਨ ਅੱਗੇ ਜਾਈ ਜਾਣੇ ਆ, ਨਵੇਂ ਨੋਟੀਫਿਕੇਸ਼ਨ ਆਈ ਜਾਣੇ ਆ। ਜੀ ਠੀਕ ਹੈ, ਸਰਕਾਰ ਦੇ ਕੋਲ ਤਾਂ ਕੁਛ ਹੈ ਨਹੀਂ, ਲੋਕਾਂ ਨੂੰ ਸਮਾਜਿਕ ਸੁਰੱਖਿਆ ਦੇ ਨਾਂ ਤੇ ਸਾਡੇ ਕੋਲ ਕੁਛ ਨਹੀਂ ਹੈਗਾ। ਜੀ ਸਾਡੇ ਕੋਲ ਸਾਡੇ ਸਿਵਲ ਹਸਪਤਾਲ ਨੇ, ਉੱਥੇ ਕੋਈ ਜਾਣ ਨੂੰ ਤਿਆਰ ਨਹੀਂ ਹੈਗਾ। ਜੀ ਹੁਣ ਜਿਹਨੇ ਪ੍ਰਾਈਵੇਟ ਜਾਣਾ ਉਹਨੂੰ ਆਪਣਾ ਇਲਾਜ ਆਪ ਹੀ ਕਰਾਉਣਾ ਪੈਣਾ ਹੈ। ਜੀ ਸਰਕਾਰ ਇਸ ਯੋਗ ਨਹੀਂ ਹੈ ਵੀ ਸਰਕਾਰ ਤੁਹਾਡੀ ਕੇਅਰ ਕਰ ਸਕੇ, ਤੁਹਾਨੂੰ ਥੋੜੀ ਦੇਖਭਾਲ, ਤੁਹਾਡਾ ਖਰਚਾ ਉਠਾ ਸਕੇ। ਇਸ ਲਈ ਹੁਣ ਤੁਸੀਂ ਮੈਂ ਤਾਂ ਆਪ ਕਹਿੰਦਾ ਸਾਡੇ ਪੰਜਾਬ ਦੀ ਜਨਤਾ ਨੂੰ, ਸਾਡੇ ਲੋਕਾਂ ਨੂੰ, ਵੀ ਤੁਹਾਨੂੰ ਆਪਣੀ ਜਾਨ ਆਪ ਬਚਾਉਣੀ ਪੈਣੀ ਆ। ਤੁਸੀਂ ਇਹ ਨਾ ਸੋਚੋ ਤੁਹਾਡੇ ਪਿੱਛੇ ਸਰਕਾਰ ਹੈ, ਤੁਹਾਨੂੰ ਕੋਈ ਸਮਾਜਿਕ ਸੁਰੱਖਿਆ ਦਊਗਾ। ਤੁਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਦੀ ਕੇਅਰ ਸਾਰਾ ਕੁਝ ਤੁਹਾਨੂੰ ਆਪਣੇ ਦਮ ਤੇ ਹੀ ਕਰਨਾ ਪੈਣਾ। ਜੀ, ਇੱਕ ਵੱਡਾ ਸਵਾਲ ਪੈਦਾ ਹੋਇਆ ਜਲੰਧਰ ਦੇ ਵਿੱਚ। ਇੱਕ ਮਹਿਲਾ ਮਰੀਜ਼ ਹੈ ਤੇ ਉਹ CMC ਹਸਪਤਾਲ ਦੇ ਵਿੱਚ ਭਰਤੀ ਸੀ ਪਿਛਲੇ ਕਈ ਦਿਨਾਂ ਤੋਂ, ਤੇ ਜਿਹੜਾ ਬਿੱਲ ਆਇਆ ਉਹਨਾਂ ਦਾ ਕਰੋਨਾ ਵਾਇਰਸ ਤੋਂ, ਹੁਣ ਉਹ ਸਿਹਤਯਾਬ ਹੋ ਗਏ ਨੇ, ਠੀਕ ਹੋ ਗਏ ਨੇ। ਜਿਹੜਾ ਬਿੱਲ ਆਇਆ ਹੈ, ਉਹਨਾਂ ਦੇ ਪੋਤੇ ਨੇ ਦੱਸਿਆ ਕਿ 5,85,000 ਦਾ ਬਿੱਲ ਆਇਆ, ਜਿਹਦੇ ਵਿੱਚੋਂ 1,10,000 ਦੇ ਕਰੀਬ ਉਹਨਾਂ ਨੇ ਪੈਸੇ ਜਮ੍ਹਾਂ ਕਰਾਤੇ ਤੇ ਕੁਛ ਜਿਹੜੇ 4,00,000 ਲੱਖ ਰੁਪਇਆ ਪੈਂਡਿੰਗ ਸੀਗਾ, ਜਿਸ ਤੋਂ ਬਾਅਦ ਡਿਸਚਾਰਜ ਨਹੀਂ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਵੀਡੀਓ ਕਾਲ ਕੀਤੀ ਤਾਂ ਉਹਨਾਂ ਨੂੰ ਵੀ ਦੱਸਿਆ। ਪਰ ਏਡੇ ਵੱਡੇ ਪੱਧਰ ਤੇ ਬਿੱਲ ਦਾ ਬਣ ਜਾਣਾ, ਇਹ ਵੀ ਵੱਡੇ ਸਵਾਲ ਖੜੇ ਕਰਦਾ ਹੈ ਕਿ ਜੇ ਕੋਈ ਇਲਾਜ ਨਹੀਂ ਤਾਂ ਇੰਨਾ ਵੱਡਾ ਬਿੱਲ ਕਿਵੇਂ ਬਣ ਗਿਆ। ਦੇਖੋ, ਇਹ ਇਸ ਗੱਲ ਦੀ ਚਰਚਾ ਹਰ ਕੋਈ ਕਰ ਰਿਹਾ ਹੈ ਵੀ ਇੰਨਾ ਜ਼ਿਆਦਾ ਖਰਚਾ ਕਿਸ ਚੀਜ਼ ਦਾ। ਇੱਕ ਪਾਸੇ ਤਾਂ ਕਈ ਕਹਿੰਦੇ ਇਲਾਜ ਨਹੀਂ ਹੈ, ਤੁਹਾਡੀ ਸੈਲਫ ਇਮਿਊਨਿਟੀ ਨੇ ਤੁਹਾਨੂੰ ਉਸ ਕਾਬਲ ਬਣਾਉਣਾ ਕਿ ਤੁਸੀਂ ਇਸ ਬਿਮਾਰੀ ਦੀ ਘਾਟ ਕਰ ਸਕੋ। ਤੇ ਦੂਜੇ ਪਾਸੇ ਇਹ ਗੱਲ ਕੀਤੀ ਜਾ ਰਹੀ ਵੀ 5.5 ਲੱਖ ਦਾ ਬਿੱਲ ਬਣ ਗਿਆ। ਇਸ ਗੱਲ ਦਾ ਸਪਸ਼ਟੀਕਰਨ ਹਜੇ ਤੱਕ CMC ਵੱਲੋਂ ਕੋਈ ਨਹੀਂ ਆਇਆ ਕਿ ਕਿੰਨਾ ਬਿੱਲ ਬਣਿਆ, ਕਿੰਨਾ ਨਹੀਂ ਬਣਿਆ ਹੈਗਾ। ਉਹਨਾਂ ਨੂੰ ਸਪਸ਼ਟੀਕਰਨ ਦੇਣਾ ਪਊਗਾ। ਜੇ 5.5 ਲੱਖ ਰੁਪਈਆ ਇੱਕ ਬੰਦੇ ਦੇ ਇਲਾਜ ਦਾ ਖਰਚਾ ਹੋਊਗਾ ਤਾਂ ਗਰੀਬ ਜਨਤਾ ਵਿਚਾਰੀ ਉਹ ਕਿੱਥੋਂ ਇਲਾਜ ਕਰਾ ਪਾਊਗੀ ਜੀ। ਸਰਕਾਰ ਨੂੰ ਵੀ ਇਸ ਬਾਰੇ ਇਹਨਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ, CMC ਨੂੰ, ਜਾਂ ਕੋਈ ਐਸੀ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਕੋਈ ਬੰਦਾ ਇਲਾਜ ਤੋਂ ਬਿਨਾਂ ਨਾ ਮਰੇ।
ਜੀ, ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਲੈਬੋਰਟਰੀਜ਼ ਨੇ ਉਹ ਕੋਰੋਨਾ ਵਾਇਰਸ ਦੀ ਜਾਂਚ ਮੁਫਤ ਕਰਾਉਣ, ਪਰ ਤੁਸੀਂ ਦੇਖੋ ਕਿ 4500 ਰੇਟ ਹੈ ਤੇ ਉਦੋਂ ਤੋਂ ਵੱਧ ਹੋਰ ਚੀਜ਼ਾਂ ਲਾ ਕੇ ਨਾਲ ਵਸੂਲੇ ਜਾ ਰਹੇ ਨੇ ਜਿਹੜੇ ਕੋਈ ਟੈਸਟ ਵੀ ਹੋ ਰਹੇ ਨੇ। ਚਲੋ ਸੁਪਰੀਮ ਕੋਰਟ ਨੇ ਕਹਿਤਾ ਜੀ, ਕਿਹੜਾ ਕਿਸੇ ਨੇ ਮੰਨ ਲਿਆ ਹੈਗਾ। ਅਸੀਂ ਤਾਂ ਆਹੀ ਕੁਝ ਦੇਖਦੇ ਆ, ਉਹਨੇ ਇਹਨੂੰ ਐ ਕਹਿਤਾ, ਉਹਨੂੰ ਐ ਕਹਿਤਾ, ਅਖੀਰ ਨੂੰ ਪਿਸਦਾ ਕੌਣ ਪਿਆ? ਗਰੀਬ ਇਨਸਾਨ ਆ ਜੋ ਬਾਜ਼ਾਰ ਵਿਚਾਰਾ ਹੋਇਆ ਪਿਆ, ਜਿਹਦਾ ਕੋਈ ਜ਼ੋਰ ਨਹੀਂ ਚੱਲਦਾ ਪਿਆ, ਠੀਕ ਹੈ, ਫਸਿਆ ਹੋਇਆ ਉਸ ਚੱਕੀ 'ਚ ਪਿਸੀ ਜਾ ਰਿਹਾ ਹੈ ਇਨਸਾਨ ਹੈਗਾ। ਇਸ ਲਈ ਉਹਨੇ ਇਹ ਕਹਿਤਾ, ਇਹਨੇ ਕਹਿੰਦੇ ਕੁਝ ਨਹੀਂ, ਸਾਰਾ ਕੁਝ ਤੁਹਾਨੂੰ ਆਪ ਹੀ ਕਰਨਾ ਪੈਣਾ। ਇਹ ਮਤਲਬ ਗੱਲਾਂ ਕਰਕੇ ਲੋਕਾਂ ਨੂੰ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਵੀ ਸਰਕਾਰਾਂ ਤੁਹਾਨੂੰ ਕੁਝ ਦੇਣਗੀਆਂ। ਇੱਕ ਵੱਡਾ ਅੱਜ ਇੱਕ ਚੇਂਜ ਓਵਰ ਹੋਰ ਆਇਆ ਕਿ ਜਿਹੜੀਆਂ ਕਿੱਟਾਂ, ਰੈਪਿਡ ਟੈਸਟ ਕਿੱਟਾਂ ਨਾਲ ਟੈਸਟ ਕੀਤਾ ਜਾ ਰਿਹਾ ਸੀ, ਪਹਿਲਾਂ ICMR ਨੇ ਕਹਿਤਾ ਕਿ 2 ਦਿਨ ਵਾਸਤੇ ਰੋਕ ਲਾਉਂਦੇ ਆ, ਫਿਰ ਕੇਂਦਰ ਸਰਕਾਰ ਨੇ ਵੀ ਕਹਿਤਾ। ਚਾਈਨਾ ਤੋਂ ਮੰਗਾਈਆਂ ਸੀਗੀਆਂ, ਟੈਸਟ ਕਹਿੰਦੇ ਸਹੀ ਨਹੀਂ ਆ ਰਿਹਾ। ਇਹ ਕਿਉਂ ਹੋਇਆ ਇਸ ਤਰ੍ਹਾਂ? ਪਹਿਲਾਂ ਉਸ ਤੋਂ ਹੀ ਟੈਸਟ ਹੋ ਰਿਹਾ ਸੀ, ਹੁਣ ਉਸ ਤੋਂ ਕਹਿ ਰਹੇ ਕਿ ਜਿਹੜੀ ਕਿੱਟਾਂ ਦੀ, ਜਿਹੜੀ ਸਭ ਤੋਂ ਪਹਿਲਾਂ ਇਹਨਾਂ ਦਾ ਕਿੱਟਾਂ ਦੀ ਜਿਹੜੇ ਬਾਈਕਾਟ ਕੀਤਾ ਸੀ, ਫਰਾਂਸ ਦੇ ਵਿੱਚ ਵੀ ਕੀਤਾ ਗਿਆ ਸੀਗਾ ਜੀ, ਤੇ ਆਸਟਰੀਆ 'ਚ ਵੀ ਮਨਾ ਕੀਤਾ ਗਿਆ ਸੀ ਵੀ ਇਹ ਕਿੱਟਾਂ ਦੀ ਰੈਲੇਵੈਂਸੀ ਨਹੀਂ ਹੈ ਜੀ। ਜਿਹੜੀ ਇੱਕ ਕੋਰੀਅਨ ਕਿਟਸ ਆਉਂਦੀਆਂ ਨੇ ਜੀ, ਉਹਦੀ ਰੈਲੇਵੈਂਸੀ ਹੈਗੀ। ਅਮਰੀਕਾ 'ਚ ਜਿਹੜੀ ਟੈਸਟ ਹੋ ਰਹੇ ਨੇ ਕੋਰੀਅਨ ਕਿਟਸ ਤੋਂ ਹੀ ਕੀਤਾ ਜਾ ਰਿਹਾ, ਪਰ ਅਸੀਂ ਚਾਈਨਾ ਤੋਂ ਮੰਗਵਾਈਆਂ ਨੇ। ਕੀ ਕਾਰਨ ਹੈ ਚਾਈਨਾ ਤੋਂ ਕਿਉਂ ਮੰਗਾਈਆਂ ਨੇ, ਇਸ ਚੀਜ਼ ਦੇ ਬਾਰੇ ਨਹੀਂ ਪਤਾ। ਜਾਂ ਸਸਤੀ ਹੋ ਸਕਦੀ ਹੈ ਕਿੱਟ ਇਹ ਚਾਈਨਾ ਤੋਂ ਮੰਗਾਈ ਗਈ ਹੈ, ਤੇ ਕੀ ਸਾਡੀ ਅਫਸਰਸ਼ਾਹੀ ਚਾਹੁੰਦੀ ਸੀ ਵੀ ਉੱਥੋਂ ਇਹ ਚੀਜ਼ ਮੰਗਾਈ ਜਾਵੇ, ਇਹਦਾ ਹਜੇ ਕੋਈ ਸਪਸ਼ਟ ਕੋਈ ਜਵਾਬ ਨਹੀਂ ਹੈ। ਪਰ ਜਿਹੜੀ ਚਾਈਨੀਜ਼ ਕਿੱਟਾਂ ਨੇ, ਇਹਦੀ ਲਗਭਗ ਹਰ ਦੇਸ਼ 'ਚ ਹੀ ਇਹ ਆਵਾਜ਼ ਉੱਠੀ ਹੈ ਵੀ ਇਹਨਾਂ ਦੀ ਰੈਲੇਵੈਂਸੀ ਘੱਟ ਹੈ ਜੀ। ਵੱਡੇ ਸਵਾਲ ਤਾਂ ਇਹ ਵੀ ਖੜੇ ਹੋ ਗਏ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਰੈਪਿਡ ਟੈਸਟ ਕਿੱਟਾਂ ਮੰਗਵਾ ਰਹੀਆਂ, ਸਟੇਟਸ ਨੂੰ ਦੇਤੀਆਂ, ਜ਼ਿਲ੍ਹਿਆਂ ਦੇ ਵਿੱਚ ਆ ਗਈਆਂ, ਹੁਣ ਕਹਿ ਰਹੇ ਹੋ ਕਿ ਹਜੇ ਫੇਰ ਵਿਸ਼ਲੇਸ਼ਣ ਹੋਊਗਾ। ਇਹ ਜਿਹੜੀਆਂ ਮਤਲਬ ਪਰੇਸ਼ਾਨੀਆਂ ਵੀ ਨੇ, ਤੁਸੀਂ ਇਹ ਦੇਖੋ ਕਿ ਬਿਨਾਂ ਸੋਚੇ ਸਮਝੇ ਵੀ ਇਸ ਨੂੰ ਫੈਸਲੇ ਕਿਹਾ ਜਾ ਸਕਦਾ ਕਿ ਪਹਿਲਾਂ ਉਹ ਆ ਗਈਆਂ, ਦੁਬਾਰਾ ਫੇਰ ਹੁਣ ਵਾਪਸ ਦੀ ਗੱਲ ਹੋ ਰਹੀ ਹੈ ਉਹਨਾਂ ਦੀ। ਇੱਕ ਤਰ੍ਹਾਂ ਨਾਲ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਪੋਜ਼ਿਟਿਵ ਨੈਗੇਟਿਵ ਆਏ ਆ, ਉਹਨਾਂ ਦੀਆਂ ਰਿਪੋਰਟਾਂ ਤੇ ਵੀ ਸਵਾਲ ਖੜੇ ਹੋ ਗਏ। ਤੁਸੀਂ ਦੇਖੋ ਨਾ, ਤੁਸੀਂ ਕਿਸੇ ਵੀ ਸੂਬੇ ਦਾ ਤੁਸੀਂ ਸਿਹਤ ਮੰਤਰੀ ਲਾ ਲਓ ਦੇਸ਼ ਦਾ, ਠੀਕ ਹੈ, ਕੋਈ ਤੁਸੀਂ ਦੇਖੋ ਉਹ ਕੀ ਇਸ ਬੈਕਗਰਾਉਂਡ ਨਾਲ ਸੰਬੰਧਿਤ ਨੇ ਉਹ ਜੀ, ਤੁਹਾਨੂੰ ਡਾਕਟਰੀ ਪੇਸ਼ੇ ਦੀ ਸਮਝ ਹੈਗੀ ਹੈ ਜੀ। ਇੱਕ ਜਿਹੜੇ ਬਿਊਰੋਕ੍ਰੇਸੀ ਇਸ ਸੰਬੰਧ 'ਚ ਫੈਸਲੇ ਲੈ ਰਹੀ ਹੈ, ਕੀ ਉਹ ਇੰਨੀ ਕਾਬਲ ਹੈਗੀ, ਸਹੀ ਲੈ ਰਹੀ ਹੈ ਕਿ ਨਹੀਂ ਲੈ ਰਹੀ ਹੈ, ਚੀਜ਼ਾਂ ਸਹੀ ਨੇ ਗਲਤ ਨੇ ਜੀ। ਵੀ ਇਹ ਜਿੱਥੇ ਸਾਡੇ ਜਿਹੜੀ ਅਸੀਂ ਜਿੱਥੇ ਸਾਡੀਆਂ ਜਿਹੜੀ ਨੀਤੀਆਂ ਨੇ, ਸਾਡੀਆਂ ਜਿਹੜੀ ਯੋਜਨਾ ਬੰਦੀ ਹੈ, ਉਹਦੇ 'ਚ ਮੈਨੂੰ ਕਮੀ ਲੱਗਦੀ ਹੈ ਕਿਤੇ ਨਾ ਕਿਤੇ, ਵੀ ਇੱਕ ਸਹੀ ਢੰਗ ਨਾਲ ਨਹੀਂ ਹੋ ਰਹੀ ਹੈਗੀ। ਇਹਦੇ ਤੇ ਬਹੁਤ ਧਿਆਨ ਦੇਣਾ ਚਾਹੀਦਾ ਹੈਗਾ। ਜਿਹੜਾ ਲੋਕਾਂ ਦੀ ਪੈਸਾ ਇਹ ਲੋਕਾਂ ਨੇ ਟੈਕਸ ਦਿੱਤਾ, ਉਹਦਾ ਪੈਸਾ ਹੈਗਾ ਹੈ ਤੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੈ। ਇੱਦਾਂ ਮਤਲਬ ਸਾਨੂੰ ਟੈਸਟ ਐਂਡ ਟਰਾਈ ਦਾ ਦੌਰ ਨਹੀਂ ਹੈਗਾ ਇਹ, ਸਾਨੂੰ ਪ੍ਰੋਪਰ ਹਰ ਚੀਜ਼ ਦਾ ਪ੍ਰੋਪਰ ਪ੍ਰਬੰਧ ਕਰਨਾ ਚਾਹੀਦਾ, ਮੈਨੂੰ ਇਹ ਲੱਗਦਾ ਪਿਆ। ਜਿਸ ਤਰੀਕੇ ਦੇ ਨਾਲ ਰਾਜਦੀਪ ਜੀ ਅੱਜ ਵਰਲਡ ਅਰਥ ਡੇ ਵੀ ਹੈ, ਧਰਤੀ ਦਿਵਸ ਹੈ, ਤੇ ਉਧਰ ਅਸੀਂ ਦੇਖ ਰਹੇ ਹਾਂ ਕਿ ਕੁਦਰਤ ਦੇ ਵੱਲੋਂ ਜੋ ਕੁਝ ਇਹ ਹੋਇਆ ਪਿਛਲੇ ਦਿਨਾਂ ਦੇ ਵਿੱਚ, ਉਹ ਤੋਂ ਬਾਅਦ ਵਾਤਾਵਰਣ ਬਹੁਤ ਸਾਫ਼ ਹੋਇਆ, ਤੇ ਅਸੀਂ ਬਹੁਤ ਪਿਛਲੇ ਸਮੇਂ ਦੇ ਵਿੱਚ ਗੰਗਾ ਨਦੀ ਨੂੰ ਲੈ ਕੇ, ਹੋਰ ਬਹੁਤ ਸਾਰੀਆਂ ਨਦੀਆਂ ਨਾਲੇ ਨੂੰ ਲੈ ਕੇ ਸਫਾਈ ਲਈ ਬਜਟ ਰੱਖੇ ਹਜ਼ਾਰਾਂ ਕਰੋੜ ਦੇ, ਪਰ ਹੁਣ ਕੀ ਸਥਿਤੀ ਹੈ ਇਸ ਵੇਲੇ? ਦੇਖੋ ਦੇਸ਼ ਦੇ ਮੈਂ ਦੇਖਾਂ ਜਿਹੜੀ ਅੱਜ ਸਾਡੇ ਦੇਸ਼ ਦੇ ਵਿੱਚ ਜੋ ਵਾਤਾਵਰਨ ਦਾ ਸ਼ੋਸ਼ਣ ਹੋਇਆ ਹੈਗਾ, ਉਹਦਾ ਨਤੀਜਾ ਅਸੀਂ ਸਾਰੇ ਅੱਜ ਭੁਗਤ ਰਹੇ ਹੈਗੇ ਜੀ। ਤੇ ਵਾਤਾਵਰਨ ਦੀ ਕੋਈ ਸੰਭਾਲ ਨਹੀਂ ਕੀਤੀ ਗਈ, ਦਰਖਤਾਂ ਨੂੰ ਕੱਟਿਆ ਗਿਆ, ਸਾਡੇ ਫੋਰੈਸਟ ਡਿਪਾਰਟਮੈਂਟ ਨੇ ਕੋਈ ਪ੍ਰੋਪਰ ਕੇਅਰ ਨਹੀਂ ਕੀਤੀ, ਦਰਖਤ ਕੱਟੇ ਗਏ, ਕਿੰਨੀ ਰਿਸ਼ਵਤਖੋਰੀ ਹੋਈ ਇਸ ਡਿਪਾਰਟਮੈਂਟ ਦੇ ਵਿੱਚ। ਇਹ ਕਹਿੰਦੇ ਮੈਨੂੰ ਕੋਈ ਸੰਕੋਚ ਨਹੀਂ ਹੁੰਦਾ ਹੈਗਾ, ਠੀਕ ਹੈ, ਲੁਧਿਆਣਾ ਤੋਂ ਦਿੱਲੀ ਤੱਕ ਦੇ ਸਾਰੇ ਦਰਖਤ ਕੱਟਤੇ, ਕਿਸੇ ਨਵੇਂ ਦਰਖਤ ਲਾਏ, ਕਿਸੇ ਨੇ ਪੁੱਛਿਆ? ਇਹ ਸਰਕਾਰਾਂ ਦਾ ਬਿਲਕੁਲ ਹੀ ਮਤਲਬ ਮੈਂ ਕਹਿੰਦਾ ਇਹ ਮਤਲਬ ਸੁੱਤੀਆਂ ਪਈਆਂ ਨੇ ਜੀ, ਅੱਖਾਂ ਇਹਨਾਂ ਦੀ ਮੀਚੀਆਂ ਹੋਈਆਂ ਨੇ, ਤੇ ਨਾ ਇਹਨਾਂ ਨੂੰ ਸੁਣਦਾ ਹੈਗਾ। ਇਹ 5 ਸਾਲ ਰਾਜ ਕਰਦੀਆਂ ਨੇ ਤੇ ਲੋਕਾਂ ਨੂੰ ਸ਼ੋਸ਼ਣ ਕਰਦੀਆਂ, ਫਿਰ ਚਲੇ ਜਾਂਦੀਆਂ ਨੇ ਇਹ। ਕਿਸੇ ਨੇ ਪੁੱਛਿਆ ਵੀ ਦੇਖੋ ਜਿਹੜਾ ਹਾਈਵੇ ਦਾ ਕੰਟਰੈਕਟ ਹੋਇਆ, ਦਰਖਤ ਲਾਉਣੇ ਜ਼ਰੂਰੀ ਸੀਗੇ, ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਹੈਗਾ ਜੀ। ਕੋਈ ਹਾਈ ਕੋਰਟ ਪਟੀਸ਼ਨ ਪਈਆਂ ਨੇ, ਉਹਦੇ 'ਚ 6 ਸਾਲ ਜਵਾਬ ਨਹੀਂ ਆਉਂਦੇ ਹੈਗੇ ਜੀ ਜੀ। ਮਤਲਬ ਕਿੱਧਰ ਨੂੰ ਜਾਊਗਾ ਦੇਸ਼? ਮੈਨੂੰ ਸਮਝ ਲੱਗਦਾ ਜੋ ਸ਼ੋਸ਼ਣ ਕੀਤਾ। ਹੁਣ ਤੁਸੀਂ ਗੰਗਾ ਦੀ ਗੱਲ ਕਰਦੇ ਹੋ, ਅੱਜ ਅਰਥ ਡੇ ਹੈਗਾ ਜੀ, ਗੰਗਾ ਦੇ ਨਾਂ ਦੇ ਉੱਪਰ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਜੀ। ਪ੍ਰਧਾਨ ਮੰਤਰੀ 2014 'ਚ ਬਨਾਰਸ ਗਏ ਜੀ, ਠੀਕ ਹੈ ਜੀ, 2-2.5 ਲੱਖ ਦੀ ਜੈਕਟ ਪਾ ਕੇ ਜੀ, ਤੇ ਉਹ ਬਨਾਰਸ ਗਏ, ਤੇ ਬਨਾਰਸ ਜਾ ਕੇ ਉਹਨਾਂ ਨੇ ਕਿਹਾ ਮਾਂ ਗੰਗਾ ਮੁझे लगता है मुझे इसी काम के लिए बुलाया गया है, तेरी सफाई ਲਈ ਬੁਲਾਇਆ ਗਿਆ। ਚਲੋ ਜੀ, ਇਹ ਟੀਚਾ ਨਿਰਧਾਰਿਤ ਕਰਤਾ 20,000 ਕਰੋੜ ਰੁਪਏ ਗੰਗਾ ਦੀ ਸਫਾਈ ਵਾਸਤੇ ਅਸੀਂ ਕਰਾਂਗੇ। ਇਹਨਾਂ ਨੇ ਬਲੂਪ੍ਰਿੰਟ ਤਿਆਰ ਕੀਤਾ ਜੀ। ਗੰਗਾ ਦੀ ਸਫਾਈ ਜਿਹੜੀ ਇਹ 35 ਸਾਲ 'ਚ 1985 'ਚ ਰਾਜੀਵ ਗਾਂਧੀ ਨੇ ਸ਼ੁਰੂ ਕੀਤੀ ਸੀਗੀ ਜੀ, ਜਿਹੜੀ ਇਹ 35 ਸਾਲ 'ਚ ਨਹੀਂ ਕਰ ਸਕੇ, ਉਹ ਕੁਦਰਤ ਨੇ 35 ਦਿਨ 'ਚ ਕਰਤੀ ਹੈ ਜੀ। ਗੰਗਾ ਦਾ pH ਲੈਵਲ 6.5 ਤੋਂ 8 ਦੇ ਵਿਚਾਲੇ ਆ ਗਿਆ। ਉਹ ਪਾਣੀ ਜਿਹੜਾ ਨਹਾਉਣ ਦੇ ਯੋਗ ਨਹੀਂ ਸੀ, ਪੀਣ ਦੇ ਯੋਗ ਹੋ ਗਿਆ 35 ਦਿਨ ਦੇ ਵਿੱਚ। ਕੁਦਰਤ ਐਡੀ ਵੱਡੀ ਸ਼ਕਤੀ ਆ, ਦੇਖ ਲਓ ਜੀ। ਹੁਣ ਆਪਾਂ ਗੱਲ ਕਰੀਏ, ਹੁਣ ਸਰਕਾਰਾਂ ਨੇ ਇੰਨਾ ਪੈਸਾ ਅੱਜ ਤੱਕ 1985 ਤੋਂ ਲੈ ਕੇ 2020 ਤੱਕ 20,000 ਕਰੋੜ ਰੁਪਏ ਖਰਚਿਆ ਗਿਆ ਗੰਗਾ ਦੀ ਸਫਾਈ ਦੇ ਉੱਪਰ। 20,000 ਕਰੋੜ? ਹਾਂਜੀ। ਉਹ 20,000 ਕਰੋੜ ਦੇ ਨਾਲ ਹਰ ਸੂਬੇ ਦੇ ਵਿੱਚ ਇੱਕ PGI ਹਸਪਤਾਲ ਬਣ ਸਕਦਾ ਸੀ ਹਰ ਸੂਬੇ ਦੇ ਵਿੱਚ। ਤੇ ਇਹਨਾਂ ਨੇ
ਗੰਗਾ ਦੀ ਸਫਾਈ ਦੇ ਬਹਾਨੇ ਦੇ ਉੱਪਰ ਇਹਨਾਂ ਨੇ 2014 ਚ ਇਹ ਮੋਟਿਵ ਦਿਖਾਇਆ ਵੀ ਅਸੀਂ ਗੰਗਾ ਦੀ ਸਫਾਈ ਕਰਾਂਗੇ ਜੀ। ਤੇ 1985 ਚ ਇਹ ਕੰਮ ਸ਼ੁਰੂ ਹੋਇਆ। ਰਾਜੀਵ ਗਾਂਧੀ ਤੋਂ ਲੈ ਕੇ 1998 ਤੱਕ ਜਦੋਂ ਵਾਜਪਾਈ ਆਏ ਨੇ ਜੀ, ਵਾਜਪਾਈ ਨੇ ਆ ਕੇ ਇਹ ਕੰਮ ਰੋਕਤਾ। ਉਦੋਂ ਤੱਕ 1000 ਕਰੋੜ ਰੁਪਏ ਖਰਚਿਆ ਗਿਆ ਸੀ ਜੀ, 2014 ਚ ਦੁਬਾਰਾ ਸ਼ੁਰੂ ਕੀਤਾ ਗਿਆ ਜੀ, ਇਹਦੇ ਵਿੱਚ ਆਪਣੇ ਜੋ ਵਰਲਡ ਬੈਂਕ ਨੇ ਦਿੱਤਾ 7653 ਕਰੋੜ ਰੁਪਏ ਦਿੱਤਾ, $1 ਬਿਲੀਅਨ ਦਿੱਤਾ ਜੀ ਵਰਲਡ ਬੈਂਕ ਨੇ ਜੀ। 7300 ਕਰੋੜ ਰੁਪਇਆ ਸਾਡੀ ਭਾਰਤ ਸਰਕਾਰ ਨੇ ਦਿੱਤਾ ਗੰਗਾ ਨੂੰ ਸਫਾਈ ਕਰਨ ਵਾਸਤੇ। ਮਤਲਬ ਆਹ 14-15 ਹਜ਼ਾਰ ਕਰੋੜ ਰੁਪਇਆ ਇਹ ਲੱਗਿਆ ਤੇ 1000 ਕਰੋੜ ਰਾਜੀਵ ਗਾਂਧੀ ਨੇ ਦਿੱਤਾ। ਅਸੀਂ ਇਹ ਵੀ ਦੇਖਿਆ ਕਿ ਵਿਗਿਆਪਨ ਬਹੁਤ ਦਿੱਤੇ ਗਏ, ਐਡਵਰਟਾਈਜ਼ਮੈਂਟ। ਹਾਂ ਦੇਖੋ, ਮੈਂ ਉਹੀ ਦੱਸ ਰਿਹਾ ਤੁਹਾਨੂੰ ਕਿ ਇੰਨਾ ਵੱਡਾ ਲੋਕਾਂ ਦਾ ਪੈਸਾ ਜਾਂ ਬਰਬਾਦ ਹੋਇਆ, ਵਰਲਡ ਬੈਂਕ ਦਾ ਵੀ ਤੇ ਸਾਡੇ ਦੇਸ਼ ਦਾ ਵੀ। 2014 ਤੋਂ ਪ੍ਰਧਾਨ ਮੰਤਰੀ ਸਾਹਿਬ ਨੇ ਵਿਗਿਆਪਨ ਦੇਣੇ ਸ਼ੁਰੂ ਕੀਤੇ, ਗੰਗਾ ਦੀ ਸਫਾਈ ਹੋ ਰਹੀ ਹੈ। 2014 ਦੇ ਵਿੱਚ 2 ਕਰੋੜ ਦੇ ਵਿਗਿਆਪਨ ਦਿੱਤੇ, 15 ਚ ਉਹ 3 ਕਰੋੜ 34 ਲੱਖ ਦੇ ਵਿਗਿਆਪਨ ਦਿੱਤੇ ਗਏ ਅਖਬਾਰਾਂ ਚ, 16 ਚ ਉਹ 6 ਕਰੋੜ 80 ਲੱਖ ਦੇ ਦਿੱਤੇ ਗਏ, ਹਰ ਸਾਲ ਵੱਧਦੇ ਗਏ। ਹਾਂਜੀ, 17 ਚ 18 ਚ ਦਿੱਤੇ ਗਏ 11 ਕਰੋੜ 7 ਲੱਖ ਦੇ ਤੇ ਅਖੀਰਲੇ 8 ਮਹੀਨੇ ਜਦੋਂ ਇਲੈਕਸ਼ਨ ਦੇ ਸੀਗੇ 13 ਕਰੋੜ 50 ਲੱਖ ਦੇ ਵਿਗਿਆਪਨ ਦਿੱਤੇ ਗਏ। ਤੇ ਇਹਨਾਂ ਨੇ ਮਤਲਬ ਇੰਨਾ ਪੈਸਾ ਵਿਗਿਆਪਨਾਂ ਤੇ ਲਾਤਾ ਤੇ ਗੰਗਾ ਦੀ ਸਫਾਈ ਨਹੀਂ ਨਾ ਤੋਂ ਹੋਈ ਹੈਗੀ। ਕੋਈ ਕਿਉਂ ਨਹੀਂ ਪੁੱਛਦਾ ਹੈਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਭਾਈ ਤੁਸੀਂ ਇੰਨਾ ਪੈਸਾ ਕਿਉਂ ਲਾਇਆ, ਜੇ ਲਾਇਆ ਤਾਂ ਉਹਦਾ ਰਿਜ਼ਲਟ ਕਿੱਥੇ ਆ। ਤੁਸੀਂ ਆਪਣੇ ਆਪ ਨੂੰ ਬਹੁਤ ਸੂਝਵਾਨ ਕਹਿੰਦੇ ਹੋ, ਦੁਨੀਆ ਹਰਾਤੀ, ਤੁਸੀਂ ਦੁਨੀਆ ਦੇ ਉੱਪਰ ਰਾਜ ਕਰ ਰਹੇ ਹੋ, ਦੁਨੀਆ ਵਿੱਚ ਮੋਦੀ ਨੇ ਇਹ ਹੋ ਗਿਆ, ਅਸੀਂ ਕਰ ਰਹੇ ਹਾਂ। ਦੱਸੋ ਤੂੰ ਗੰਗਾ ਤੁਹਾਡਾ ਸਾਫ਼ ਨਹੀਂ ਹੋਈ ਜੀ। ਤੁਸੀਂ ਲੋਕਾਂ ਦਾ ਗਰੀਬਾਂ ਦੀ ਭਲਾਈ ਤੇ ਲਾ ਦਿੰਦੇ, ਲੋਕਾਂ ਨੂੰ ਰਾਸ਼ਨ ਦੇ ਦਿੰਦੇ, ਲੋਕਾਂ ਨੂੰ ਮੈਡੀਕਲ ਸਕੂਲਾਂ ਤੇ ਪੈਸਾ ਲਾ ਦਿੰਦੇ। ਠੀਕ ਹੈ, ਤੁਸੀਂ ਰੋਜ਼ 2-2 ਲੱਖ ਦਾ ਕੋਟ ਪਾ ਕੇ ਬਹਿ ਜਾਂਦੇ ਹੋ, ਸੂਟ ਪਾ ਕੇ ਬਹਿ ਜਾਂਦੇ ਹੋ ਲੋਕਾਂ ਦਾ ਪੈਸੇ ਦਾ, ਤੇ ਤੁਸੀਂ ਜਵਾਬ ਕਿਉਂ ਦਿੰਦੇ ਲੋਕਾਂ ਨੂੰ ਜੀ? ਉਹਨਾਂ ਪੈਸੇ ਦਾ 2 ਲੱਖ ਦਾ ਸੂਟ ਪਾ ਸਕਦੇ ਹੋ, ਐਡੇ ਵੱਡੇ ਘਰ ਚ ਰਹਿ ਸਕਦੇ ਹੋ। ਤੁਸੀਂ ਦੇਖੋ ਅੱਜ ਪ੍ਰਧਾਨ ਮੰਤਰੀ ਬਾਰੇ ਖਬਰ ਲੱਗੀ ਸੀ ਅਖਬਾਰ ਦੇ ਵਿੱਚ ਵੀ ਇਹ ਫਰਵਰੀ ਤੋਂ ਬਾਅਦ ਕਿਤੇ ਬਾਹਰ ਨਹੀਂ ਗਏ ਹੈਗੇ, ਰਿਕਾਰਡ ਕਾਇਮ ਹੋ ਗਿਆ, ਦੇਸ਼ ਦੇ ਦੌਰਾ ਨਹੀਂ ਕੀਤਾ ਤੇ ਦਿੱਲੀ ਤੋਂ ਬਾਹਰ ਨਹੀਂ ਗਏ ਹੈਗੇ। ਉਹਨਾਂ ਨੂੰ ਆਪਣੀ ਜਾਨ ਇੰਨੀ ਜ਼ਿਆਦਾ ਪਿਆਰੀ ਲੱਗਦੀ। ਜਿਹੜੇ ਆਹ ਲੋਕ ਗਰੀਬ ਬਿਮਾਰੀਆਂ ਨਾਲ ਪੀੜਤ ਹੋ ਰਹੇ ਨੇ, ਉਹਨਾਂ ਦੇ ਫੈਸਲੇ ਕਿਉਂ ਨਹੀਂ ਲਏ ਜੀ ਇਹਨਾਂ ਨੇ? ਹੁਣ ਆ ਕੇ ਇਹਨਾਂ ਨੇ ਅਪ੍ਰੈਲ ਚ ਪਲੈਨਿੰਗ ਕਿਉਂ ਸ਼ੁਰੂ ਕੀਤੀ? ਇਹਨਾਂ ਨੂੰ ਆਪ ਨੂੰ ਪਤਾ ਲੱਗਿਆ ਵੀ ਕਰੋਨਾ ਫੈਲਿਆ ਹੋਇਆ, ਇਹਨਾਂ ਨੇ 2 ਦੇਸ਼ ਦੀ ਬਾਹਰਲੀਆਂ ਯਾਤਰਾਵਾਂ ਕੈਂਸਲ ਕੀਤੀਆਂ, ਪਤਾ ਸੀ ਡਰ ਸੀਗਾ ਕਰੋਨਾ ਦਾ, ਤਾਂ ਫਿਰ ਪਹਿਲਾਂ ਤਿਆਰੀ ਇੱਥੇ ਸ਼ੁਰੂ ਕਰਦੇ ਦੇਸ਼ ਦੇ ਵਿੱਚ ਜੀ। ਬਿਲਕੁਲ, ਕਿਉਂਕਿ ਕੋਈ ਦੇਖੋ ਇਹ ਜਿਹੜਾ ਲੋਕਤੰਤਰ ਹੈਗਾ ਸਾਡੇ ਇਹਦੇ ਵਿੱਚ, ਇਹ ਲੋਕਤੰਤਰ ਇੱਕ ਮੈਂ ਕਹਿੰਦਾ ਵੀ ਕੋਈ ਕਿਸੇ ਲਈ ਜਵਾਬਦੇਹ ਨਹੀਂ ਹੈਗਾ ਇਹ। ਕੋਈ ਸਰਕਾਰਾਂ ਜਵਾਬਦੇਹ ਨਹੀਂ ਹੈਗੀਆਂ, ਕੋਈ ਮੁੱਖ ਮੰਤਰੀ ਜਵਾਬਦੇਹ ਨਹੀਂ ਹੈਗੇ। ਜਿਹੜਾ ਇੱਕ ਵਾਰ ਬਣ ਜਾਂਦਾ 5 ਸਾਲ ਉਸ ਤਰ੍ਹਾਂ ਦਾ ਜੋ ਜੀ ਕਰਦਾ ਉਹ ਜਿਹੇ ਫੈਸਲੇ ਲੈਂਦਾ, ਉਹਦੀ ਕਿਚਨ ਕੈਬਨਿਟ ਬਣ ਜਾਂਦੀ ਹੈ 4-5 ਬੰਦਿਆਂ ਦੀ, ਉਹੀ ਫੈਸਲੇ ਲਈ ਜਾਂਦੀ ਹੈ। ਉਹ ਕੀ ਲੋਕਾਂ ਲਈ ਸਹੀ ਨੇ ਜਾਂ ਗਲਤ ਨੇ ਇਹਦੇ ਬਾਰੇ ਕਦੇ ਕੋਈ ਵਿਚਾਰ ਨਹੀਂ ਹੁੰਦਾ ਹੈਗਾ। ਉਹਨੂੰ ਇਹ ਨਿੱਜੀ ਤੌਰ ਤੇ ਲੱਗਦਾ ਵੀ ਠੀਕ ਨੇ ਫੈਸਲੇ ਨੇ ਸਾਰੇ। ਜੀ ਆਪ ਹੀ ਕਈ ਵਾਰੀ ਫੈਸਲੇ ਅਸੀਂ ਦੇਖਦੇ ਲੈ ਲੈਂਦੇ ਨੇ, ਫਿਰ ਵਾਪਸ ਯੂ ਟਰਨ ਹੋ ਜਾਂਦੇ ਨੇ, ਫਿਰ ਵਾਪਸ ਲੈ ਜਾਂਦੇ ਨੇ। ਇਸੇ ਤਰ੍ਹਾਂ ਬਹੁਤ ਸਾਰੇ ਫੈਸਲੇ, ਚਾਹੇ ਦੇਸ਼ ਦੇ ਹੋਣ ਚਾਹੇ ਰਾਜ ਸਰਕਾਰਾਂ ਦੇ ਹੋਣ, ਨੋਟੀਫਿਕੇਸ਼ਨ ਆ ਜਾਂਦਾ ਵਾਪਸ ਹੋ ਜਾਂਦਾ ਜਦੋਂ ਕੋਈ ਵਿਰੋਧ ਹੁੰਦਾ, ਜਦੋਂ ਕੋਈ ਕਿੰਤੂ ਪਰੰਤੂ ਹੁੰਦਾ। ਇਸ ਤਰ੍ਹਾਂ ਕਿ ਉਹਨਾਂ ਜਿਹੜੀ ਯੋਜਨਾ ਬੰਦੀ ਹੈ ਨਾ ਜੀ, ਉਹ ਸਹੀ ਨਹੀਂ ਹੁੰਦੀ, ਤਾਂ ਫੈਸਲੇ ਸਰਕਾਰ, ਲੋਕਾਂ ਦੀ, ਆਵਾਮ ਦੀ ਆਵਾਜ਼ ਉੱਠਦੀ ਹੈ, ਫਿਰ ਇਹਨੂੰ ਵਾਪਸ ਲੈਣੇ ਪੈਂਦੇ ਹੈਗੇ ਨੇ। ਇਸ ਲਈ ਬਹੁਤ ਸੁਧਾਰਾਂ ਦੀ ਲੋੜ ਹੈਗੀ ਹੈ ਸਾਨੂੰ ਦੇਸ਼ ਦੇ ਵਿੱਚ। ਤੇ ਅਸੀਂ ਦੇਖੋ ਚਾਈਨਾ ਨੇ ਆਪਣੇ ਆਪ ਨੂੰ ਆਰਥਿਕ ਤੌਰ ਤੇ ਮਜ਼ਬੂਤ ਕੀਤਾ ਹੈਗਾ ਕਿ ਚਾਈਨਾ ਦੀ ਆਬਾਦੀ ਸਾਡੀ ਆਬਾਦੀ ਦਾ ਸਾਡੇ ਬਹੁਤ ਵੱਡਾ ਇਸ਼ੂ ਆ। ਲੋਕੀ ਕਹਿੰਦੇ ਚਾਈਨਾ ਦੀ ਆਬਾਦੀ ਵੀ ਹੋ ਜੀ ਹੈ। ਉਹ ਲੋਕਾਂ ਨੂੰ ਮੈਂ ਇਹ ਗੱਲ ਦਾ ਦੱਸਣਾ ਚਾਹੁੰਦਾ ਵੀ ਤੁਸੀਂ ਨਾ ਪਹਿਲਾਂ ਪੜ੍ਹ ਲਿਆ ਕਰੋ। ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਹੋ ਤੁਸੀਂ ਗਲਤ ਬੋਲਦੇ ਹੋ, ਤੁਸੀਂ ਕਰਦੇ ਹੈਗੇ। ਮੈਂ ਉਹਨੂੰ ਨਹੀਂ ਕਹਿਣਾ ਚਾਹੁੰਦਾ, ਚਾਈਨਾ ਦੇ ਵਿੱਚ 46,000 ITI ਹੈ। ਉੱਥੇ ITI ਦਾ ਕੋਰਸ 3 ਸਾਲ ਦਾ ਹੈਗਾ। ਉੱਥੇ ਮਤਲਬ ਹਰ ਸਾਲ ਮਤਲਬ 80 ਲੱਖ ਬੰਦਾ ਚਾਈਨਾ ਸਕਿਲਡ ਲੇਬਰ ਨਿਕਲਦੀ ਹੈ ਜੀ। ਕੀ ਤੁਹਾਡੇ ਦੇਸ਼ ਦੇ ਵਿੱਚ ਕੋਈ ਸਕਿਲਡ ਹੈ? ਤੁਹਾਡੇ ਤਾਂ ਰੋੜੀ ਕਟਵਾ ਲਓ ਭਈਆਂ ਜਿੰਨੇ ਮਰਜ਼ੀ। ਆਹ ਕੋਈ ਸਕਿਲ ਲੇਬਰ ਥੋੜੀ ਹੈ ਜੀ, ਕੋਈ ਟੈਕਨੀਕਲ ਸਕਿਲ ਲੇਬਰ ਹੈ ਸਾਡੇ ਕੋਲ? ਸਾਡੇ ਕੋਲ ਅਸੀਂ ਜੇ ਗੱਲ ਕਰੀਏ ਇਲੈਕਟ੍ਰੀਸ਼ੀਅਨ ਸਾਨੂੰ ਨਹੀਂ ਲੱਭਦੇ ਹੈਗੇ ਜੀ, ਏਸੀ ਮਕੈਨਿਕ ਸਾਨੂੰ ਨਹੀਂ ਲੱਭਦੇ ਹੈਗੇ, ਸੈਂਟਰੀ ਵਾਲੇ ਸਾਨੂੰ ਨਹੀਂ ਮਿਲਦੇ ਹੈਗੇ। ਸਾਡੇ ਕੋਲ ਸਕਿਲ ਲੇਬਰ ਹੈ ਹੀ ਨਹੀਂ ਦੇਸ਼ ਦੇ ਵਿੱਚ ਜੀ। ਸਾਡੇ ਤਾਂ ਲੋਕ ਬਸ ਬੈਠ ਕੇ ਗੱਲਾਂ ਕਰਨ ਜੋਗੇ ਨੇ। ਲੇਬਰ ਜਿਹੜੇ ਨੇ ਉਹ ਜ਼ਿਆਦਾ ਪੈਦਾ ਹੋ ਰਹੇ। ਉਹ ਦੇਖੋ ਚਾਈਨਾ ਨੇ ਜੇ ਆਰਥਿਕ ਤੌਰ ਤੇ ਮਜ਼ਬੂਤ ਕੀਤਾ, ਜੇ ਕਹਿੰਦੇ ਫੌਜ ਮਜ਼ਬੂਤ ਕੀਤੀ ਹੈ ਚਾਈਨਾ ਨੇ, ਤੇ ਉਹਨਾਂ ਨੇ ਆਰਥਿਕਤਾ ਹੀ ਮਜ਼ਬੂਤ ਕੀਤੀ ਹੈ। ਸਾਡੇ ਤੋਂ ਨਾ ਬੜੀ ਫੌਜ ਮਜ਼ਬੂਤ ਹੋਈ ਹੈ, ਦੇਖੋ ਨਾ ਸਾਡੇ ਤੋਂ ਆਪਣੀ ਫੌਜ ਮਜ਼ਬੂਤ ਹੋਈ ਹੈ ਤੇ ਨਾ ਸਾਡੇ ਤੋਂ ਆਪਣੀ ਆਰਥਿਕਤਾ ਮਜ਼ਬੂਤ ਹੋਈ ਹੈਗੀ। ਅਸੀਂ ਅਜੇ ਰੋਜ਼ਗਾਰ ਦੇਣ ਜੋਗੇ ਨਹੀਂ ਹੈਗੇ 130-32 ਕਰੋੜ ਬੰਦੇ ਨੂੰ। 50 ਕਰੋੜ ਬੰਦਾ, 40 ਤੋਂ 50 ਕਰੋੜ ਬੰਦਾ ਕੰਮ ਤੇ ਜਾਂਦਾ ਰੋਜ਼। ਹੁਣ ਰਾਜਦੀਪ ਜੀ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁਣ ਅੰਕੜੇ ਕੀ ਕਹਿ ਰਹੇ ਨੇ ਕਿ ਜਿਵੇਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਕਹਿ ਰਹੇ ਸੀ ਕਿ ਕਰੋਨਾ ਵਾਇਰਸ ਦੇ ਮਰੀਜ਼ ਕੁਝ ਘਟੇ ਨੇ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਲੱਗਦਾ ਕੀ ਆ ਹੁਣ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਵੀ ਤੇ ਦੇਸ਼ 'ਚ ਵੀ? ਦੇਖੋ ਤਾਂ ਮੁੱਖ ਮੰਤਰੀ ਸਾਹਿਬ ਨੇ ਅੱਜ ਕਲੀਅਰ ਕਰਤਾ ਕੇਸ ਵਧਣਗੇ। ਉਹ ਅੰਡਰਸਟੂਡ ਹੈ ਕੇਸ ਵਧਣੇ ਨੇ। ਹੁਣ ਕਿੰਨੇ ਵਧਣੇ ਨੇ, ਕਿਹੋ ਜਿਹੇ ਹਾਲਾਤ ਉਤਪੰਨ ਹੋਣਗੇ। ਦੇਖੋ ਅੱਜ ਸਿੰਗਾਪੁਰ ਦੇ ਵਿੱਚ ਦੁਬਾਰਾ ਲੋਕਡਾਊਨ ਕਰਤਾ ਉਹਨਾਂ ਨੇ। ਸਿੰਗਾਪੁਰ ਵਰਗਾ ਕੰਟਰੀ ਨੂੰ ਲੋਕਡਾਊਨ ਕਰਨਾ ਪੈ ਗਿਆ ਤਾਂ ਅਸੀਂ ਮਤਲਬ ਕਿੱਥੇ ਸਰਵਾਈਵ ਕਰ ਪਾਵਾਂਗੇ?
ਅਸੀਂ ਪੰਜਾਬ ਦੇ ਜਦੋਂ ਟੈਸਟ ਦੇਖਦੇ ਹਾਂ ਤਾਂ ਹਜੇ 7000 ਤੱਕ 7200 ਤੱਕ ਜਿਹੜੀ ਰੇਸ਼ੋ ਆ ਉਹ ਹੈਗੀ ਆ ਟੈਸਟਾਂ ਦੀ। ਮਤਲਬ ਜੇ 2-2.5 ਕਰੋੜ ਦੀ ਪੌਣੇ 3 ਕਰੋੜ ਦੀ ਆਬਾਦੀ ਆ ਤਾਂ ਸਿਰਫ 7000 ਟੈਸਟ ਤਾਂ ਬਹੁਤ ਘੱਟ ਨੇ ਉਸ ਹਿਸਾਬ ਨਾਲ। ਨਹੀਂ ਉਹ ਤਾਂ ਨਾ ਮਾਤਰੇ ਨੇ ਜੀ ਟੈਸਟ ਤਾਂ, ਕਾਹਦੇ ਟੈਸਟ ਨੇ ਉਹ ਜੀ ਐਡੀ ਵੱਡੀ ਆਬਾਦੀ ਦੇ ਵਿੱਚ। ਦੇਖੋ ਸਿਹਤ ਪ੍ਰਬੰਧ ਨਹੀਂ ਹੋ ਪਾਇਆ ਹਜੇ ਤੱਕ ਤੇ ਅਸਲ 'ਚ ਨਾ ਇਹ ਕਰੋਨਾ ਨੇ ਤਾਂ ਹਰ ਇੱਕ ਦੇਸ਼ ਦੀ ਸਰਕਾਰਾਂ ਦੀ ਪਰਫਾਰਮੈਂਸ ਲੋਕਾਂ ਨੂੰ ਦੱਸਦੀ ਵੀ ਆਹ ਪਰਫਾਰਮੈਂਸ ਹੈ ਜੀ, ਵੀ ਇਹਨਾਂ ਦੀ ਕਾਰਜਸ਼ੈਲੀ ਕੀ ਹੈ। ਦੇਖੋ ਇਹਨੂੰ ਸਿਹਤ ਪ੍ਰਬੰਧਾਂ ਨੂੰ ਬੁਨਿਆਦੀ ਸਹੂਲਤ ਸਾਰੀ ਤਵੱਜੋ ਦਿੱਤੀ ਨਹੀਂ ਗਈ ਸੀ ਸਾਡੇ ਦੇਸ਼ ਦੇ ਵਿੱਚ, ਇਹਨੂੰ ਗਿਣਿਆ ਨਹੀਂ ਗਿਆ ਸੀ। ਜ਼ਿੰਦਗੀ ਦੇ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਸਾਡੀ ਜ਼ਿੰਦਗੀ ਆ, ਉਹਨੂੰ ਬਚਾਉਣ ਦੇ ਸਾਧਨ ਜੁਟਾਉਣ ਦੀ ਕੋਈ ਪਲੈਨਿੰਗ ਨਹੀਂ ਕੀਤੀ ਗਈ ਹੈਗੀ, ਕੋਈ ਯੋਜਨਾਬੰਦੀ ਨਹੀਂ ਕੀਤੀ ਗਈ ਹੈਗੀ। ਬਿਲਕੁਲ। ਤੇ ਹੋਰ ਗੰਗਾ ਨੂੰ ਸਫਾਈ ਕਰਨ ਦੀ ਗੱਲ ਕਰੀ ਗਏ ਨੇ, ਤੁਸੀਂ ਗੰਦ ਪੈਣੇ ਰੋਕ ਦਿਓ, ਆਪੇ ਗੰਗਾ ਦੀ ਸਫਾਈ ਹੋ ਜਾਊ। 20,000 ਕਰੋੜ ਰੁਪਏ 22,000 ਕਰੋੜ ਖਰਾਬ ਕੀਤਾ, ਇਹੀ ਹਸਪਤਾਲਾਂ ਤੇ ਲਾ ਦਿੰਦੇ ਸ਼ਾਇਦ ਅੱਜ ਇੰਨਾ ਇਸ ਤਰ੍ਹਾਂ ਦੀ ਮੁਸ਼ਕਲਾਂ ਲੋਕਾਂ ਨੂੰ ਸਾਹਮਣਾ ਨਾ ਕਰਨਾ ਪੈਂਦਾ। ਸਾਡੇ ਹਾਲਾਤ ਬਹੁਤ ਚੰਗੇ ਹੁੰਦੇ ਆ ਜੀ ਤੇ ਅਸੀਂ ਅੱਛੀ ਪਲੈਨਿੰਗ ਦੇ ਵਿੱਚ ਹੁੰਦੇ। ਬਿਲਕੁਲ, ਬਹੁਤ ਧੰਨਵਾਦ ਰਾਜੀਵ ਬੈਨੀਪਾਲ ਜੀ ਗੱਲਬਾਤ ਕਰਨ ਦੇ ਲਈ। ਸੋ ਸਾਨੂੰ ਵੀ ਸੋਚਣਾ ਪਵੇਗਾ, ਸਰਕਾਰਾਂ ਨੂੰ ਵੀ ਸੋਚਣਾ ਪਵੇਗਾ ਕਿ ਯੋਜਨਾਬੰਦੀ ਦੀ ਲੋੜ ਹੈਗੀ ਆ। ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਮਹਾਮਾਰੀ ਕੋਈ ਆਉਂਦੀ ਹੈ ਜਾਂ ਵਿਪਤਾ ਆਉਂਦੀ ਹੈ ਦੇਸ਼ ਦੇ ਵਿੱਚ, ਤਾਂ ਉਸ ਦੀ ਠੋਸ ਢੰਗ ਨਾਲ ਯੋਜਨਾਬੰਦੀ ਦੇ ਨਾਲ ਹੀ ਇਸ ਨਾਲ ਲੜਿਆ ਜਾ ਸਕਦਾ, ਇਸ ਨਾਲ ਦੋ ਚਾਰ ਹੋਇਆ ਜਾ ਸਕਦਾ। ਬਹੁਤ ਸਾਰੇ ਵਿਗਿਆਪਨ ਦਿੱਤੇ ਜਾਂਦੇ ਨੇ, ਬਹੁਤ ਸਾਰੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਦਰਅਸਲ ਕੀਤੀ ਜਾਂਦੀ ਹੈ, ਇਹ ਹੁਣ ਛੱਡ ਦੇਣੀ ਚਾਹੀਦੀ ਹੈ। ਬਹੁਤ ਧੰਨਵਾਦ ਰਾਜੀਵ। ਸੋ ਇਸ ਪੇਸ਼ਕਸ਼ ਚੰਨਾ ਹੀ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।